ਅਕਾਲ। ਅੱਜ ਆਪਾਂ ਗੱਲ ਕਰਾਂਗੇ ਜੀ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਲਕਸ਼ ਕੰਪਨੀ ਦੁਆਰਾ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਇੱਕ ਪੋਰਟਲ ਬਣਾਇਆ ਗਾ, ਜਿਸ ਦੇ ਵਿੱਚ ਵੱਖ-ਵੱਖ ਕੋਰਸ ਲੈਵਲ ਵਾਈਜ਼ ਦਿੱਤੇ ਹੋਏ ਨੇ ਤੇ ਆਪਣੇ ਲੈਵਲ ਦੇ ਅਕੋਰਡਿੰਗ ਉਹਨਾਂ ਕੋਰਸਾਂ ਨੂੰ ਇਨਰੋਲ ਕਰਕੇ ਵੀ ਆਪਾਂ ਘਰ ਬੈਠੇ ਇਸ ਕੋਰਸ ਨੂੰ ਕੀ ਕਰ ਸਕਦੇ ਹਾਂ ਜੀ, ਅੱਗੇ ਜਾਰੀ ਰੱਖ ਸਕਦੇ ਹਾਂ। ਮਤਲਬ ਉਸ ਪੜ੍ਹਾਈ ਨੂੰ ਕੀ ਕਰ ਸਕਦੇ ਹਾਂ, ਜਾਰੀ ਕਰ ਸਕਦੇ। ਜੇ ਤੁਹਾਡੇ ਕੋਲ ਫੋਨ ਅਵੇਲੇਬਲ ਨੇ ਤਾਂ ਇਹਨਾਂ ਦੁਆਰਾ ਬਣਾਈ ਗਈ ਐਪ ਵੀ ਹੈ ਵੀ ਕਲਾਸ ਲਕਸ਼ ਨਾਲ, ਠੀਕ ਹੈ ਜੀ। ਤਾਂ ਲਕਸ਼ ਵੀ ਕਲਾਸ ਤੁਸੀਂ ਲਿਖ ਕੇ ਉਸ ਐਪ ਨੂੰ ਵੀ ਇੰਸਟਾਲ ਕਰਕੇ ਆਪਣੇ ਕੋਰਸ ਨੂੰ ਕੀ ਕਰ ਸਕਦੇ, ਇਨਰੋਲ ਕਰ ਸਕਦੇ, ਠੀਕ ਹੈ। ਲਕਸ਼ ਵੀ ਕਲਾਸ ਲਿਖ ਕੇ ਤੁਸੀਂ ਪਲੇ ਸਟੋਰ ਤੇ ਉਸ ਦੇ ਜ਼ਰੀਏ ਵੀ ਤੁਸੀਂ ਕੀ ਕਰ ਸਕਦੇ ਹੋ ਜੀ, ਕੋਰਸ ਨੂੰ ਇਨਰੋਲ ਕਰ ਸਕਦੇ ਹੋ। ਤਾਂ ਜੇ ਤੁਹਾਡੇ ਕੋਲ ਵੈਬ ਬਰਾਊਜ਼ਰ ਹੈ, ਮਤਲਬ ਐਪ ਨਹੀਂ ਇੰਸਟਾਲ ਕਰਨਾ ਚਾਹੁੰਦੇ, ਤਾਂ ਵੀ ਤੁਸੀਂ ਇੱਕ ਵੈਬਸਾਈਟ ਨੂੰ ਵੈਬ ਬਰਾਊਜ਼ਰ ਦੇ ਵਿੱਚ ਐਂਟਰ ਕਰਕੇ ਤੁਸੀਂ ਇਸ ਕੋਰਸ ਨੂੰ ਕੀ ਕਰ ਸਕਦੇ, ਜੁਆਇਨ ਕਰ ਸਕਦੇ। ਇਸ ਕੋਰਸ ਨੂੰ ਇਨਰੋਲ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਐਕਸਪਲੋਰ ਕੋਰਸਿਸ ਮਤਲਬ ਕੀ ਹੈ, ਕੋਰਸਾਂ ਨੂੰ ਦੇਖ ਕੇ ਜਿਹੜਾ ਤੁਸੀਂ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਉਸ ਨੂੰ ਕੀ ਕਰਨਾ ਹੈ, ਇਨਰੋਲ ਕਰਨਾ। ਤਾਂ ਉਹ ਆਪਾਂ ਗੱਲ ਕਰਦੇ ਹਾਂ। ਤਾਂ ਵੈਬ ਬਰਾਊਜ਼ਰ ਦੇ ਵਿੱਚ https://bclass.laksh.com ਜਦੋਂ ਭਰਾਂਗੇ ਤਾਂ ਤੁਹਾਡੇ ਲਵੇ ਇਸ ਤਰ੍ਹਾਂ ਦੀ ਕੀ ਹੈ ਸਕਰੀਨ ਨਜ਼ਰ ਆਊਗੀ। ਤਾਂ ਇਸ ਤਰ੍ਹਾਂ ਸਕਰੀਨ ਨਜ਼ਰ ਆਉਣ ਤੋਂ ਬਾਅਦ ਤੁਹਾਡੇ ਕੋਲ ਵੱਖ-ਵੱਖ ਕੀ ਹੈ ਲਿੰਕਸ ਅਵੇਲੇਬਲ ਨੇ, ਜਿਵੇਂ ਐਕਸਪਲੋਰ ਕੋਰਸ, ਲੌਗਇਨ, ਰਜਿਸਟਰ, ਠੀਕ ਹੈ ਜੀ। ਮੰਨ ਲਓ ਆਪਾਂ ਇੱਕ ਵਾਰੀ ਚੈੱਕ ਕਰਨਾ, ਹਜੇ ਲੌਗਇਨ ਨਹੀਂ ਕਰ ਰਹੇ, ਚੈੱਕ ਕਰ ਰਹੇ ਕੋਰਸ ਕਿਹੜੇ-ਕਿਹੜੇ ਨੇ ਕਿ ਆਪਣੇ ਨੀਡ ਦੇ ਮਤਲਬ ਆਪਣੀ ਲੋੜ ਵਾਲੇ ਹੈਗੇ ਨੇ, ਤਾਂ ਹੀ ਕੀ ਕਰਾਂਗੇ ਆਪਾਂ ਇੱਕ ਲੌਗਇਨ ਰਜਿਸਟਰ ਕਰਾਂਗੇ। ਐਕਸਪਲੋਰ ਕੋਰਸ ਕਰਨ ਤੋਂ ਬਾਅਦ ਹੀ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਹੀ ਵਿੰਡੋ ਨਜ਼ਰ ਆਊਗੀ, ਜਿਸ ਦੇ ਵਿੱਚ IT ਸਰਵਿਸ ਡੈਸਕ ਅਟੈਂਡੈਂਟ, ਜਿਹਦਾ ਜੋਬ ਰੋਲ ਹੈ IT ਸਰਵਿਸ ਡੈਸਕ ਅਟੈਂਡੈਂਟ। IT ਲੈਵਲ 2 ਕਿਹੜਾ ਮੀਡੀਅਮ ਹੈ ਉਹਦਾ, ਪੰਜਾਬੀ। ਇੰਪਲਾਈਮੈਂਟ ਸਕਿੱਲਜ਼ ਲੈਵਲ 2 ਇੰਗਲਿਸ਼ ਦੇ ਲਈ। ਲੈਵਲ 4 ਦੇ ਲਈ IT ਡੈਸਕ ਅਟੈਂਡੈਂਟ। ਤਾਂ ਵੱਖ-ਵੱਖ ਕੀ ਨੇ ਆਪਣੇ ਕੋਲ ਕੋਰਸ ਅਵੇਲੇਬਲ ਨੇ। ਮੰਨ ਲਓ ਆਪਾਂ ਲੈਵਲ 2 ਦੇ ਵਿੱਚ ਆ, ਠੀਕ ਹੈ। ਇਸ ਕੋਰਸ ਨੂੰ ਕੀ ਕਰਨਾ ਚਾਹੁੰਦੇ ਜੀ, ਇਨਰੋਲ ਕਰਨਾ ਚਾਹੁੰਦੇ ਹਾਂ। ਇਸ ਤੇ ਕਲਿੱਕ ਕਰਾਂਗੇ ਜੀ। ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਕਹੂਗਾ ਜੀ ਇਨਰੋਲ 2020 ਪੰਜਾਬੀ, ਠੀਕ ਹੈ ਜੀ। ਜਦੋਂ ਮੈਂ ਇਸ ਤੇ ਕਲਿੱਕ ਕਰਾਂਗੇ ਆਪਾਂ ਜੀ ਇਨਰੋਲ ਕਰਨ ਦੇ ਲਈ, ਮਤਲਬ ਜੁਆਇਨ ਕਰਨ ਦੇ ਲਈ, ਤਾਂ ਤੁਹਾਡੇ ਲਈ ਇੱਕ ਰਜਿਸਟਰ, ਠੀਕ ਹੈ, ਅਕਾਊਂਟ ਰਜਿਸਟਰ ਦੇ ਲਈ ਤੁਹਾਡੇ ਕੋਲ ਇੱਕ ਸਕਰੀਨ ਓਪਨ ਹੋਏਗੀ। ਜੇ ਤੁਸੀਂ ਆਲਰੇਡੀ ਰਜਿਸਟਰ ਹੋ ਤਾਂ ਤੁਸੀਂ ਡਾਇਰੈਕਟ ਲੌਗਇਨ ਤੇ ਕਲਿੱਕ ਕਰੋ। ਅਦਰਵਾਈਜ਼ ਕੀ ਹੈ, ਤੁਸੀਂ ਮੰਗੀ ਹੋਈ ਜਾਣਕਾਰੀ ਇਸ ਰਜਿਸਟਰ ਫਾਰਮ ਦੇ ਵਿੱਚ ਫਿਲ ਕਰੋਗੇ, ਜਿਵੇਂ ਈਮੇਲ ਐਡਰੈਸ ਦਾ ਤੁਹਾਡਾ, ਫੁੱਲ ਨੇਮ, ਯੂਜ਼ਰ ਨੇਮ, ਪਾਸਵਰਡ, ਕੰਟਰੀ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਜੈਂਡਰ ਕੀ ਹੈ ਤੁਹਾਡਾ, ਡੇਟ ਆਫ ਬਰਥ ਕੀ ਹੈ, ਉਸ ਦਾ ਕੀ ਹੈ ਆਈ ਐਗਰੀ ਕਰਨੀ ਹੈ T&C, ਉਸ ਦਾ ਕੀ ਕਰਨਾ ਹੈ ਕ੍ਰੀਏਟ ਮਾਈ ਲਕਸ਼ ਅਕਾਊਂਟ, ਠੀਕ ਹੈ। ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਇੱਕ ਯੂਜ਼ਰ ਨੇਮ, ਠੀਕ ਹੈ, ਇੱਕ ਲਿੰਕ ਤੁਹਾਡੀ ਮੇਲ ਤੇ ਚਲਾ ਜਾਊਗਾ। ਉਸ ਤੋਂ ਬਾਅਦ ਕੀ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ। ਮੰਨ ਲਓ ਮੈਂ ਅਕਾਊਂਟ ਬਣਾਇਆ ਹੋਇਆ ਜੀ, ਲੌਗਇਨ ਕਰਨ ਜਾ ਰਿਹਾ।
ਜਦੋਂ ਤੁਸੀਂ ਲੌਗਇਨ ਕਰੋਗੇ ਤਾਂ ਤੁਹਾਡੇ ਲਵੇ ਇਸ ਤਰ੍ਹਾਂ ਡੈਸ਼ਬੋਰਡ ਕੀ ਨਜ਼ਰ ਆਊਗਾ। ਇਸ ਤਰ੍ਹਾਂ ਦਾ ਡੈਸ਼ਬੋਰਡ ਕੀ ਤੁਹਾਡੇ ਕੋਲ ਨਜ਼ਰ ਆਊਗਾ ਜੀ, ਜਿਸ ਦੇ ਵਿੱਚ ਵੱਖ-ਵੱਖ ਤੁਹਾਨੂੰ ਕੋਰਸ ਨਜ਼ਰ ਆ ਰਹੇ ਨੇ ਜੀ। ਇਨਫੋਰਮੇਸ਼ਨ ਟੈਕਨੋਲੋਜੀ ਲੈਵਲ 1 ਦੇ ਲਈ, ਲੈਵਲ 2 ਦੇ ਲਈ, ਲੈਵਲ 4 ਦੇ ਲਈ, ਠੀਕ ਹੈ। ਤਾਂ ਮੰਨ ਲਓ ਮੈਂ ਲੈਵਲ 2 ਨੂੰ ਕੋਰਸ ਨੂੰ ਕੀਤਾ ਜੀ, ਇਨਰੋਲ ਕੀਤਾ ਹੋਇਆ ਹੈ, ਉਸ ਕੋਰਸ ਨੂੰ ਕੀ ਕਰਨਾ ਹੈ, ਵਿਊ ਕੋਰਸ ਕਰਨਾ ਮੈਂ, ਠੀਕ ਹੈ। ਵਿਊ ਕੋਰਸ ਕਰਨ ਤੋਂ ਬਾਅਦ ਮੈਂ ਜੀ ਕੋਰਸ ਦੇ ਵਿੱਚ ਜਾਊਂਗਾ ਜੀ, ਕੋਰਸ ਟੈਬ ਦੇ ਵਿੱਚ। ਉਸ ਟੈਬ ਦੇ ਵਿੱਚ ਤੁਹਾਨੂੰ ਵੱਖ-ਵੱਖ ਯੂਨਿਟਸ ਨੇ ਜਿਹੜੇ ਆਪਾਂ ਪੜ੍ਹੀ ਜਾ ਰਹੇ ਹਾਂ ਜੀ, ਠੀਕ ਹੈ ਜੀ, ਬੁੱਕਸ ਦੇ ਅਕੋਰਡਿੰਗ। ਜਿਵੇਂ ਫੰਕਸ਼ਨਲ ਇੰਗਲਿਸ਼ ਹੈ ਜੀ ਤੁਹਾਡਾ ਪਹਿਲਾ, ਉਸ ਦਾ ਵੈਬ ਐਪਲੀਕੇਸ਼ਨ ਸੀ, ਜਿਵੇਂ IM ਵਾਲਾ, ਨੈਟਵਰਕ ਫੰਡਾਮੈਂਟਲ ਵਾਲਾ, ਵਰਡ ਪ੍ਰੋਸੈਸਿੰਗ ਸੀ ਜੀ, 4th ਸਪਰੈਡਸ਼ੀਟਸ ਐਕਸਲ ਵਾਲਾ, 5th ਹੈ ਤੁਹਾਡਾ ਡਿਜੀਟਲ ਪ੍ਰੈਜੈਂਟੇਸ਼ਨ, ਈਮੇਲ ਮੈਸੇਜਿੰਗ, 7ਵਾਂ ਜੀ ਡਾਟਾਬੇਸ ਡਿਵੈਲਪਮੈਂਟ, ਜਿਹੜਾ ਆਪਾਂ ਹੁਣ ਪੜ੍ਹ ਚੁੱਕੇ ਹਾਂ ਜੀ, ਠੀਕ ਹੈ, ਜਿਸ ਦਾ ਅੱਜ ਆਪਾਂ ਪ੍ਰੈਕਟੀਕਲ ਕਰਾਂਗੇ। ਮੰਨ ਲਓ ਮੈਂ ਡਾਟਾਬੇਸ ਡਿਵੈਲਪਮੈਂਟ ਦੇ ਵਿੱਚ ਦੁਬਾਰਾ ਰਿਵਿਊ ਕਰਨਾ ਚਾਹੁੰਦਾ, ਆਪਣਾ ਕੰਟੈਂਟ ਜਿਹੜੀ ਸਮੱਗਰੀ ਪੜ੍ਹੀ ਹੋਈ ਆ ਉਹਨੂੰ ਰਿਵਿਊ ਕਰਨਾ ਚਾਹੁੰਦਾ, ਮਤਲਬ ਪੜ੍ਹਨਾ ਚਾਹੁੰਦਾ, ਇਸ ਯੂਨਿਟ ਨੂੰ ਮੈਂ ਪੜ੍ਹਨਾ ਚਾਹੁੰਦਾ, ਤਾਂ ਇਸ ਤੇ ਕਲਿੱਕ ਕਰੂੰਗਾ। ਇਸ ਯੂਨਿਟ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਲਈ ਇਸ ਤਰ੍ਹਾਂ ਦੀ ਕੀ ਆਊਗੀ, ਇੱਕ PPT ਜਿਹੜੀ ਵੀਡੀਓ ਹੈ ਉਹ ਤੁਹਾਡੇ ਕੋਲ ਓਪਨ ਹੋਈ। ਤਾਂ ਸਟਾਰਟਿੰਗ ਤੇ ਮੈਨੂੰ ਪਲੇ ਕਰ ਰਹੇ ਜੀ, ਡਾਟਾਬੇਸ ਕਨਸੈਪਟ। ਤਾਂ ਦੇਖੋ ਪਹਿਲੀ ਸਲਾਈਡ ਹੈ ਜੀ, ਡਾਟਾਬੇਸ ਇੱਕ ਸੰਗਠਿਤ ਡਾਟੇ ਦਾ ਸਮੂਹ ਹੈ। ਤੁਸੀਂ ਇਸ ਦੀ ਜਾਣਕਾਰੀ ਕੰਟੇਨਰ ਦੀ ਤਰ੍ਹਾਂ ਕਲਪਨਾ ਕਰ ਸਕਦੇ ਹੋ। ਆਮ ਤੌਰ ਉੱਤੇ ਡਾਟਾ ਅਸਲੀਅਤ ਦੇ ਸੰਬੰਧਿਤ ਪਹਿਲੂਆਂ ਨੂੰ ਸੰਗਠਿਤ ਕਰਨ ਲਈ ਮਾਡਲ ਹੁੰਦਾ ਹੈ, ਠੀਕ ਹੈ। ਇਹ ਡਾਟਾਬੇਸ ਸੀ। ਡਾਟਾਬੇਸ ਮੈਨੇਜਮੈਂਟ ਸਿਸਟਮ ਜੀ ਇੱਕ ਸੌਫਟਵੇਅਰ ਪੈਕੇਜ ਹੈ ਜੋ ਕੰਪਿਊਟਰ ਪ੍ਰੋਗਰਾਮਾਂ ਨਾਲ ਡਾਟਾਬੇਸ ਬਣਾਉਣ, ਸੰਭਾਲਣ ਅਤੇ ਵਰਤਣ ਨੂੰ ਨਿਰੰਤਰ ਕਰਦਾ ਹੈ। ਇਸ ਤਰ੍ਹਾਂ ਦੇ ਆਪਾਂ ਨੇ ਇੱਕ ਓਵਰਵਿਊ ਮਤਲਬ ਰਿਵਿਊ ਕਰਨਾ ਹੈ, ਜਿਹੜਾ ਪੜ੍ਹਿਆ ਹੋਇਆ ਉਹਨੂੰ ਦੁਬਾਰਾ ਆਪਾਂ ਨੇ ਇੱਕ ਵਾਰੀ ਰੀਡ ਕਰਨਾ ਹੈ, ਰਿਵਾਈਜ਼ ਕਰਨਾ ਹੈ। ਤਾਂ ਆਪਾਂ ਇਸ ਤਰ੍ਹਾਂ ਦੀ ਕੀ ਰਿਵਾਈਜ਼ ਕਰ ਸਕਦੇ ਹਾਂ। ਨੈਕਸਟ ਸਲਾਈਡ ਤੁਹਾਡੀ RDBMS ਦੀ ਜੀ, ਕਿ RDBMS ਕੀ ਹੈ ਜੀ, ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਇੱਕ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਜੋ ਕਿ ਰਿਲੇਸ਼ਨਲ ਮਾਡਲ ਉੱਤੇ ਆਧਾਰਿਤ ਹੈ, ਜਿਸ ਵਿੱਚ ਡਾਟਾ ਕੀ ਟੇਬਲ ਦੀ ਫਾਰਮ 'ਚ ਹੁੰਦਾ ਗਾ, ਟਪਲਸ ਹੁੰਦੇ ਨੇ, ਠੀਕ ਹੈ। ਕਲਾਇੰਟ 1, ਕਲਾਇੰਟ 2 ਡਾਟਾਬੇਸ, ਠੀਕ ਹੈ। ਇਹ ਆਪਾਂ ਤੁਹਾਨੂੰ ਪਤਾ ਪੜ੍ਹ ਲਿਆ ਆਪਾਂ, ਵੈਸੇ ਤੁਹਾਨੂੰ ਇਸ ਕੋਰਸ ਦੇ ਵਿੱਚ ਦੱਸ ਰਹੇ ਹਾਂ ਕੀ ਕੁਝ ਆਪਾਂ ਪੜ੍ਹ ਰਹੇ ਹਾਂ ਨਾ। ਤਾਂ ਇਸ ਕੋਰਸ ਦੀ ਮਦਦ ਨਾਲ ਵੀ ਆਪਾਂ ਹੀ ਇਸ ਸਾਰੇ ਕੰਟੈਂਟ ਨੂੰ ਕੀ ਰਿਵਿਊ ਕਰ ਸਕਦੇ ਹਾਂ, ਪੜ੍ਹ ਸਕਦੇ ਹਾਂ ਘਰ ਬੈਠੇ। ਇੱਕ ਐਪ ਹੈ, ਤੁਹਾਨੂੰ ਦੱਸਿਆ ਜੀ, ਲਕਸ਼ ਵੀ ਕਲਾਸ, ਉਸ ਨੂੰ ਇੰਸਟਾਲ ਕਰਨ ਤੋਂ ਬਾਅਦ ਰਜਿਸਟਰ ਕਰੋ। ਰਜਿਸਟਰ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਲੌਗਇਨ ਕਰਨ ਤੋਂ ਬਾਅਦ ਤੁਸੀਂ ਇਨਰੋਲ ਕਰ ਸਕਦੇ ਹੋ ਕਿਸੇ ਵੀ ਕੋਰਸ ਨੂੰ। ਟੇਬਲ ਕੀ ਇੱਕ ਡਾਟਾ ਐਲੀਮੈਂਟਸ ਦਾ ਸੈੱਟ ਹੈ ਜੋ ਵਰਟੀਕਲੀ ਹੋਰੀਜੈਂਟਲ ਰੋ ਦੀ ਵਰਤੋਂ ਕਰਕੇ ਆਰਗੇਨਾਈਜ਼ ਕੀਤਾ ਹੈ। ਤਾਂ ਤੁਹਾਨੂੰ 2 ਮਿੰਟ ਪਹਿਲਾਂ ਮੈਂ ਇਸ ਤਰ੍ਹਾਂ ਦੀ ਵੀਡੀਓ ਦਿਖਾ ਦਾਂ। ਕੋਲਮਸ ਬਾਰੇ ਆ ਗਈ, ਰੋ ਕੀ ਹੈ, ਕੋਲਮਸ ਕੀ ਨੇ, ਠੀਕ ਹੈ। ਡਾਟਾ ਟਾਈਪਸ ਕਿਹੜੀ ਯੂਜ਼ ਹੁੰਦੀਆਂ ਡਾਟਾ ਬੇਸ ਦੇ ਵਿੱਚ। ਇੱਕ ਸਟੋਰ ਕਰਨ ਲਈ, ਡਾਟਾ ਸਟੋਰ ਕਰਨ ਦੇ ਲਈ ਆਪਾਂ ਵੱਖ-ਵੱਖ ਡਾਟਾ ਟਾਈਪਸ ਯੂਜ਼ ਕਰਦੇ ਹਾਂ, ਜਿਵੇਂ ਇੰਟ, ਡੈਸੀਮਲ, ਰੀਅਲ, ਫਲੋਟ, ਡਬਲ, ਇੰਟੀਜਰ, ਕਰੈਕਟਰ। ਬਾਈਨਰੀ ਆ ਗਈ, ਜਿਹੜੀ ਤੁਹਾਡੀ ਇਮੇਜਸ ਨੂੰ ਸਟੋਰ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ। ਡੇਟ ਟਾਈਮ, ਤੁਹਾਡੀ ਡੇਟ ਆਫ ਬਰਥ ਜਿਵੇਂ, ਠੀਕ ਹੈ, ਕੋਈ ਆਪਾਂ ਟਾਈਮ ਸਟੋਰ ਕਰਨਾ ਚਾਹੁੰਦੇ ਹਾਂਗੇ। ਪ੍ਰਾਇਮਰੀ ਕੀ ਆ ਗਈ, ਤੁਹਾਨੂੰ ਪਤਾ ਹੈ ਪ੍ਰਾਇਮਰੀ ਇੱਕ ਵਿਲੱਖਣ ਕੀ ਹੈ, ਜਿਹੜੀ ਇੱਕ ਰੋ ਨੂੰ, ਠੀਕ ਹੈ, ਪਹਿਚਾਣ ਦੇ ਟੇਬਲ ਦੇ ਵਿੱਚੋਂ। ਇਹ ਫੋਰਨ ਕੀ ਦਾ ਕੰਮ ਕਰ ਰਹੀ ਹੈ, ਦੇਖੋ ਕਸਟਮਰ ਨੰਬਰ ਕੀ ਸੀ ਇੱਥੇ ਜੀ, ਐਜ ਏ ਪ੍ਰਾਇਮਰੀ ਕੀ ਸੀ। ਇਹੀ ਕੀ ਹੈ ਜੋ ਦੂਸਰੇ ਟੇਬਲ ਦੇ ਵਿੱਚ ਆਪਣਾ ਹਵਾਲਾ ਦਿੰਦੀ ਹੈ, ਉਹ ਕੀ ਬਣ ਜਾਂਦੀ, ਇੱਕ ਫੋਰਨ ਕੀ ਬਣ ਜਾਂਦੀ। ਆਰਡਰ ਨੰਬਰ ਕੀ ਹੈ, ਇੱਥੇ ਇਕੱਲੀ ਪ੍ਰਾਇਮਰੀ ਕੀ ਹੈ, ਆਰਡਰ ਨੰਬਰ। ਪ੍ਰਾਇਮਰੀ ਅਤੇ ਫੋਰਨ ਕੀ, ਠੀਕ ਹੈ। ਡਿਫਰੈਂਸਿਸ ਤੁਹਾਨੂੰ ਦੱਸਦੇ ਨੇ ਕੀ ਹੈ ਜੀ। ਕਹਿੰਦੇ ਜੀ ਪ੍ਰਾਇਮਰੀ ਕੀ ਹੈ, ਕੰਸਿਸਟ 1 ਔਰ ਮੋਰ ਕਾਲਮ ਹੋ ਸਕਦੀ ਹੈ, ਇੱਕ ਤੋਂ ਜ਼ਿਆਦਾ ਕਾਲਮ ਦੇ ਵਿੱਚ ਹੋ ਸਕਦੀ ਹੈ। ਫੋਰਨ ਕੀ ਵੀ ਇੱਕ ਤੋਂ ਜ਼ਿਆਦਾ ਕਾਲਮ ਵਿੱਚ ਹੋ ਸਕਦੀ ਹੈ। ਬਟ ਜਿਹੜੀ ਇਹਦੀ
ਵੈਲਿਊ ਡੁਪਲੀਕੇਟ ਇਸ ਦੀ ਮਤਲਬ ਦੋ ਵਾਰੀ ਇੱਕ ਇੱਕ ਨਹੀਂ ਆ ਸਕਦਾ। ਮੰਨ ਲਓ ਦੋ ਵਾਰੀ ਕਲਾਸ ਦੇ ਵਿੱਚ ਤੁਹਾਡਾ ਰੋਲ ਨੰਬਰ ਹੈ, ਦੋ ਵਾਰੀ ਸੇਮ ਰੋਲ ਨੰਬਰ ਨਹੀਂ ਆ ਸਕਦਾ, ਇਸ ਕਰਕੇ ਨੋ ਲਿਖਿਆ ਇੱਥੇ ਡੁਪਲੀਕੇਟ ਵੈਲਿਊ। ਫੋਰਨ ਕੀ ਦੇ ਵਿੱਚ ਕੀ ਇਹ ਹੋ ਸਕਦੀ ਹੈ ਨਾਲ ਮਤਲਬ ਖਾਲੀ ਵੀ ਹੋ ਸਕਦਾ ਕੋਈ ਰੋਲ ਨੰਬਰ ਕਿਸੇ ਦਾ, ਹਰ ਇੱਕ ਦਾ ਬੱਚੇ ਜਿਹੜਾ ਇਨਰੋਲਮੈਂਟ ਹੈ ਜਿਹਨੇ ਬੱਚੇ ਨੇ ਕੀ ਹੈ ਐਡਮਿਸ਼ਨ ਕਰਾਈ ਆ ਉਹਦਾ ਇੱਕ ਰੋਲ ਨੰਬਰ ਜ਼ਰੂਰ ਹੋਊਗਾ, ਇਸ ਕਰਕੇ ਨਲ ਨਹੀਂ ਹੋ ਸਕਦਾ। ਫੋਰਨ ਕੀ ਹੈ ਨਲ ਵੀ ਹੋ ਸਕਦੀ ਹੈ। ਜਿਹੜੀ ਪ੍ਰਾਇਮਰੀ ਕੀ ਹੈ ਉਹ ਆਇਡੈਂਟੀਫਾਈ ਕਰਦੇ ਯੂਨੀਕਲੀ, ਫੋਰਨ ਕੀ ਹੈ ਮੇ ਵੀ ਕਰ ਵੀ ਸਕਦੀ ਹੈ ਨਹੀਂ ਵੀ ਕਰ ਸਕਦੀ। ਨੰਬਰ ਅਲਾਉਡਡ ਪਰ ਟੇਬਲ ਇੱਕ ਹੋਊਗਾ ਜੀ, ਘੱਟੋ ਘੱਟ ਇੱਕ ਤਾਂ ਹੋਊਗੀ ਪ੍ਰਾਇਮਰੀ ਕੀ। ਫੋਰਨ ਕੀ ਹੈ ਇੱਕ ਜ਼ੀਰੋ ਵੀ ਹੋ ਸਕਦੀ ਹੈ, ਇੱਕ ਤੋਂ ਵੱਧ ਵੀ ਹੋ ਸਕਦੀ ਹੈ। ਇੰਡੈਕਸਡ ਕੀ ਹੈ ਜੀ ਆਟੋਮੈਟਿਕਲੀ ਇੰਡੈਕਸਡ ਆਪਣੇ ਆਪ ਕੀ ਹੈ ਜੀ ਵਧੀ ਜਾਂਦਾ ਹੈ 1 2 3, ਬਟ ਫੋਰਨ ਕੀ ਦੇ ਵਿੱਚ ਕੀ ਇਸ ਤਰ੍ਹਾਂ ਨਹੀਂ ਕ੍ਰੀਏਸ਼ਨ ਹੁੰਦੀ ਕੋਈ। ਡੀਡੀਐਲ ਤੁਹਾਨੂੰ ਪਤਾ ਡੀਡੀਐਲ ਲੈਂਗੁਏਜ ਹੈ ਇੱਕ, ਦੋ ਭਾਸ਼ਾਵਾਂ ਜਿਹੜੀਆਂ ਆਪਾਂ ਕਰੀਆਂ ਸੀ ਡੀਡੀਐਲ ਡੀਐਮਐਲ, ਦੋ ਐਕਸਟਰਾ ਵੀ ਦੱਸੀਆਂ ਸੀ ਤੁਹਾਨੂੰ ਡੀਸੀਐਲ ਤੇ ਟੀਸੀਐਲ, ਠੀਕ ਹੈ, ਜਿਹਦੇ ਵਿੱਚ ਵੱਖ-ਵੱਖ ਸਟੇਟਮੈਂਟ ਸੀ। ਸਿਲੈਕਟ ਆ ਐਮਐਸ ਐਕਸੈਸ ਨਾਲ ਡਾਟਾਬੇਸ ਆਪਾਂ ਤਿਆਰ ਕਰਾਂਗੇ। ਬਲੈਂਕ ਡਾਟਾਬੇਸ ਤੇ ਕਲਿੱਕ ਕੀਤਾ, ਦੇਖੋ ਕ੍ਰੀਏਟ ਡਾਟਾਬੇਸ, ਜਿਸ ਵਿੱਚ ਵੱਖ-ਵੱਖ ਫੀਲਡ ਸੀ। ਟੇਬਲ ਦੇ ਵਿੱਚ ਟੇਬਲ ਇੰਪਲਾਈ ਨਾਂ ਦਾ ਬਣਾਇਆ ਆਪਾਂ, ਫਸਟ ਨੇਮ ਲਾਸਟ ਨੇਮ ਐਡਰੈਸ, ਉਸ ਤੋਂ ਬਾਅਦ ਉਸਦੀ ਡਾਟਾ ਟਾਈਪਸ ਆ ਗਈਆਂ ਸੀ ਜੀ। ਇਸ ਨੂੰ ਪ੍ਰੈਕਟੀਕਲੀ ਹੁਣ ਸਾਰਾ ਕਰਕੇ ਦਿਖਾ ਰਹੇ ਹਾਂ ਦੁਬਾਰਾ। ਫਾਰਮ ਬਣਾਉਣ ਵਾਸਤੇ ਫਾਰਮ ਡਿਜ਼ਾਇਰ ਤੇ ਕਲਿੱਕ ਕਰਦੇ ਸੀ, ਠੀਕ ਹੈ, ਜਾਂ ਬਲੈਂਕ ਫਾਰਮ ਤੇ ਆਪਣੀ ਮਰਜ਼ੀ ਅਨੁਸਾਰ ਵੀ ਇੱਥੋਂ ਆਪਾਂ ਕੀ ਕਰਦੇ ਸੀ ਐਡ ਕਰਦੇ ਸੀ, ਠੀਕ ਹੈ, ਆਪਣੇ ਫੀਲਡਾਂ ਨੂੰ ਕੀ ਕਰਦੇ ਹਾਂ ਫਾਰਮ ਦੇ ਵਿੱਚ ਐਡ ਕਰ ਰਹੇ ਹਾਂ। ਇਹ ਫਾਰਮ ਮੋਡੀਫਾਈ ਕਰਕੇ ਆਪਾਂ ਵਿਊ ਕਰਾਵਾਂਗੇ ਤੁਹਾਨੂੰ, ਇਸ ਤਰ੍ਹਾਂ ਫਾਰਮ ਤੁਹਾਨੂੰ ਨਜ਼ਰ ਆਊਗਾ, ਠੀਕ ਹੈ। ਇਹ ਸੀ ਇੱਕ ਆਪਣਾ ਯੂਨਿਟ 7 ਨਾ ਜੀ, ਯੂਨਿਟ 7 ਸੀ ਤੁਹਾਡਾ ਜੀ ਡਾਟਾਬੇਸ ਡਿਵੈਲਪਮੈਂਟ। ਮੰਨ ਲਓ ਮੈਂ ਕੋਰਸ ਦੇ ਵਿੱਚ ਗਿਆ ਜੀ ਦੁਬਾਰਾ, ਈਮੇਲ ਮੈਸੇਜਿੰਗ ਦੇਖਣੀ ਹੋਵੇ, ਠੀਕ ਹੈ, ਕੈਲੰਡਰ ਵਾਲਾ ਜਿਹੜਾ ਆਪਾਂ ਪੜ੍ਹਿਆ ਸੀ ਕੈਲੰਡਰ ਦੀ ਵਰਤੋਂ ਨਾਲ ਆਪਾਂ ਇੱਕ ਅਪਾਇੰਟਮੈਂਟ ਸ਼ਡਿਊਲ ਕੀਤੀ ਸੀ, ਠੀਕ ਹੈ ਜੀ। ਇਸ ਦੀ ਵੀ ਆਪਾਂ ਰਿਵਿਊ ਕਰਨਾ ਹੋਵੇ ਤਾਂ ਆਪਾਂ ਇਸ ਕੋਰਸ ਦੇ ਰਾਹੀਂ ਇੱਕ ਵਧੀਆ, ਠੀਕ ਹੈ ਜੀ, ਕੀ ਕਰ ਸਕਦੇ ਹਾਂ ਸਟੱਡੀ ਕਰ ਸਕਦੇ ਹਾਂ। ਡਾਕੂਮੈਂਟਸ ਦੇਖੋ ਤੁਸੀਂ ਕੀ ਅਟੈਚ ਕਰ ਸਕਦੇ ਹੋ ਇੱਕ ਈਮੇਲ ਦੇ ਵਿੱਚ, ਐਕਸਲ ਸ਼ੀਟ, ਵਰਕਬੁੱਕ, ਆਡੀਓ ਵੀਡੀਓ, ਜਿਹਦੇ ਵਿੱਚ ਦੋ ਪ੍ਰੋਟੋਕੋਲ ਯੂਜ਼ ਹੁੰਦੇ ਨੇ ਜੀ, SMTP ਪੋਪ, ਠੀਕ ਹੈ ਜੀ, ਸਿੰਪਲ ਮੇਲ ਟ੍ਰਾਂਸਫਰ ਕਾਲ, ਠੀਕ ਹੈ ਜੀ, ਇੰਟਰਨੈਟ ਮੈਸੇਜ ਏਜੰਟ ਪ੍ਰੋਟੋਕੋਲ, ਵੱਖ ਜਿਹੜੇ ਕੀ ਆ ਸਰਵਰ ਤੋਂ ਸੰਦੇਸ਼ ਪ੍ਰਾਪਤ ਕਰਦੇ ਨੇ ਤੇ ਸੰਦੇਸ਼ ਭੇਜਦੇ ਨੇ। ਜਿਵੇਂ ਜਾਹੂ ਆਪਾਂ ਜੀਮੇਲ ਕਿੱਥੋਂ ਬਣਾਇਆ, ਗੂਗਲ ਤੋਂ, ਜਾਹੂ ਮੇਲ ਫਰਮ ਜਾਹੂ ਤੁਹਾਨੂੰ ਦਿਖਾਇਆ ਸੀ, ਜਾਹੂ ਤੋਂ। ਆਊਟਲੁੱਕ ਆਪਾਂ ਮਾਈਕਰੋਸੌਫਟ ਰਾਹੀਂ ਕੀਤਾ ਸੀ। ਤੁਹਾਨੂੰ ਪਤਾ ਹੈ ਈਮੇਲ ਦੀ ਵਰਤੋਂ ਕੀ ਹੈ, ਯੂਜ਼ਰ ਕੋਲ ਈਮੇਲ ਐਡਰੈਸ ਹੋਣਾ ਜ਼ਰੂਰੀ ਹੈ। ਈਮੇਲ ਦੀ ਵਰਤੋਂ ਕਰਨ ਦੇ ਲਈ ਤੁਹਾਨੂੰ ਪਤਾ ਹੈ ਇੱਕ ਵੈਲਿਡ ਈਮੇਲ ਐਡਰੈਸ ਹੋਣਾ ਜ਼ਰੂਰੀ ਹੈ। ਤੇ ਇਹਦੇ ਦੋ ਭਾਗ ਹੁੰਦੇ ਨੇ ਜੀ, ਪਹਿਲਾ ਕੀ ਕਰਦਾ ਜੀ ਤੁਹਾਡਾ ਯੂਜ਼ਰ ਨੇਮ ਡਿਫਾਈਨ ਕਰਦਾ ਜਿਹੜਾ ਯੂਨੀਕ ਹੁੰਦਾ, ਦੂਸਰਾ ਇੱਕ ਹੋਸਟ ਨੇਮ ਕਰਦਾ ਕਿ ਕਿਸ ਦੇ ਰਾਹੀਂ ਆਪਾਂ ਈਮੇਲ ਭੇਜ ਰਹੇ ਹਾਂ। ਮੰਨ ਲਓ ਜਿਵੇਂ ਤੁਹਾਡਾ ਬੈਂਕ ਅਕਾਊਂਟ ਹੈ ਜੀ, ਅਕਾਊਂਟ ਇੱਕ ਤਾਂ ਦਾ ਜੀ ਨੰਬਰ ਹੈ ਨਾ ਜੀ, ਇੱਕ ਹੁੰਦਾ ਜੀ ਆਪਣਾ ਕਿ ਕਿਹੜੀ ਬੈਂਕ ਦਾ ਅਕਾਊਂਟ ਹੈ। ਜਿਵੇਂ ਤੁਹਾਡੇ ਖਾਤਾ ਜੀ ਤੁਹਾਡਾ ਕਿਹੜੀ ਬੈਂਕ ਦੇ ਵਿੱਚ ਹੈ, ਜਿਵੇਂ ਜੀਮੇਲ ਬੈਂਕ ਦੇ ਵਿੱਚ ਹੈ, ਨਾਮ ਕੀ ਹੈ ਬੈਂਕ ਅਕਾਊਂਟ ਦਾ, ਯੂਜ਼ਰ ਆਈਡੀ ਕੀ ਹੈ ਜੀ ABC, ਠੀਕ ਹੈ। ਇਸ ਤਰ੍ਹਾਂ ਆਪਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ। ਦੇਖੋ ਕੀ ਕਰਦੇ ਨੇ ਆਪਾਂ, ਪਹਿਲਾਂ ਐਡਰੈਸ ਕਰਦੇ ਹਾਂ ਟਾਈਪ, ਫਿਰ ਕ੍ਰੀਏਟ ਕਰਦੇ ਹਾਂ ਅਕਾਊਂਟ, ਫਿਰ ਇਨਫੋਰਮੇਸ਼ਨ ਫਿਲ ਕਰਾਂਗੇ, ਫਿਰ ਮੈਸੇਜ। ਜਿਵੇਂ ਜੀਮੇਲ ਅਕਾਊਂਟ ਬਣਾਉਣ ਦੇ ਲਈ ਤੁਹਾਨੂੰ ਗੂਗਲ ਬਰਾਊਜ਼ਰ ਦੇ ਵਿੱਚ ਜੀਮੇਲ ਅਕਾਊਂਟ, ਉਸ ਦਾ ਕ੍ਰੀਏਟ ਅਕਾਊਂਟ 'ਤੇ ਕਲਿੱਕ ਕਰਦੇ ਹਾਂ ਜੀ। ਫਿਰ ਮੰਗੀ ਹੋਈ ਜਾਣਕਾਰੀ ਕੀ ਆਪਾਂ ਕਰਦੇ ਹਾਂ ਫਿਲ ਕਰਦੇ ਹਾਂ, ਨਿੱਜੀ ਜਾਣਕਾਰੀ। ਉਸ ਤੋਂ ਬਾਅਦ ਆਪਾਂ ਕ੍ਰੀਏਟ ਕਰਨ ਤੋਂ ਬਾਅਦ ਤੁਹਾਡੇ ਕੋਲ ਵੈਲਕਮ ਆਉਂਦਾ ਤੁਹਾਡੇ ਨਾਮ 'ਤੇ, ਕੰਟੀਨਿਊ ਕਰਦੇ ਹਾਂ ਆਪਾਂ ਜੀਮੇਲ, ਠੀਕ ਹੈ। ਫਿਰ ਆਪਾਂ ਸੈਂਡ ਕਰਾਂਗੇ, ਕੰਪੋਜ਼ ਕਰਾਂਗੇ ਤੁਹਾਡੀ ਮੇਲ, ਜਾਂ ਰੀਡ ਕਰਾਂਗੇ ਤੁਹਾਡੀਆਂ ਆਈਆਂ ਹੋਈਆਂ ਮੇਲਸ ਨੂੰ। ਦੇਖੋ ਆਪਾਂ ਕਿਸ ਤਰ੍ਹਾਂ ਇਹਨੂੰ, ਮੰਨ ਲਓ ਜੀਮੇਲ ਅਕਾਊਂਟ ਖੋਲ੍ਹਣਾ ਚਾਹੁੰਦੇ ਤੁਸੀਂ, ਸਾਈਨ ਇਨ ਕਰੋਗੇ ਆਪਣਾ
यूजर नेम भर के आ संदेश ਜਿਹੜੇ ਤੁਹਾਨੂੰ ਪ੍ਰਾਪਤ ਹੋਏ ਨੇ ਇਨਬਾਕਸ ਦੇ ਵਿੱਚ ਨੇ ਹਾਈਲਾਈਟ ਨੇ ਜਿਹੜੇ ਠੀਕ ਹੈ ਜੀ। ਕੰਪੋਜ਼ ਕਰਨ ਦੇ ਲਈ ਤੁਹਾਨੂੰ ਈਮੇਲ ਭੇਜਣ ਦੇ ਲਈ ਕੰਪੋਜ਼ ਤੇ ਕਲਿੱਕ ਕਰਨਾ ਪਊਗਾ। ਤੁਹਾਡੇ ਲਈ ਇਸ ਤਰ੍ਹਾਂ ਬਾਕਸ ਖੁੱਲ ਜੂ। ਮੇਲ ਪ੍ਰਾਪਤ ਕਰਨ ਵਾਲੇ ਦਾ ਪਤਾ ਟੂ ਦੇ ਵਿੱਚ ਲਿਖੋਗੇ, ਸੀਸੀ ਦਾ ਮਤਲਬ ਹੈ ਕਾਰਬਨ ਕਾਪੀ। ਇਸ ਤੋਂ ਇਲਾਵਾ ਕੋਈ ਹੋਰ ਮੇਲ ਪ੍ਰਾਪਤ ਕਰਨਾ ਚਾਹੁੰਦਾ ਉਸ ਦੇ ਪਤੇ ਲਿਖਣੇ ਆ। ਵੀਸੀਸੀ ਦੇ ਵਿੱਚ ਕੀ ਹੈ ਹਾਈਡ ਕਰਨ ਵਾਲੇ ਪਤੇ ਲਿਖੇ ਜਾਂਦੇ ਨੇ, ਬਲਾਈਂਡ ਕਾਰਬਨ ਕਾਪੀ। ਆਪਣਾ ਸੰਦੇਸ਼ ਲਿਖੋ, ਸਬਜੈਕਟ ਦਾ ਵਿਸ਼ਾ ਲਿਖੋ, ਉਸ ਦਾ ਸੈਂਡ ਤੇ ਕਲਿੱਕ ਕਰੋ। ਠੀਕ ਹੈ, ਇਹ ਸੀ ਆਪਣਾ ਜਿਹੜਾ ਕੰਪਨੀ ਦੁਆਰਾ ਬਣਾਇਆ ਗਿਆ ਬਹੁਤ ਵਧੀਆ ਠੀਕ ਹੈ ਪੋਰਟਲ ਹੈ, ਜਿਸ ਦੇ ਵਿੱਚ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ। ਠੀਕ ਹੈ, ਇੱਥੋਂ ਹੀ ਸਾਰੀ ਕੋਰਸ ਦੀ ਸਮੱਗਰੀ ਕੰਟੈਂਟ ਕੀ ਹੈ ਤੁਹਾਨੂੰ ਮਿਲ ਜੂਗਾ ਈਜ਼ੀਲੀ। ਪੜ੍ਹਨਾ ਵੀ ਸੌਖਾ ਹੈ, ਇੱਕ ਵਿਜ਼ੂਅਲਾਈਜੇਸ਼ਨ ਕਰਾ ਕੇ ਤੁਹਾਨੂੰ ਸਮਝਾਇਆ ਜਾ ਰਿਹਾ ਹੈਗਾ। ਠੀਕ ਹੈ,